हेलो एवरीवन, सत श्री अकाल सारिਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 7ਵੀਂ ਕਲਾਸ ਦੀ ਮੈਥਸ ਦੀ ਕਿਤਾਬ ਤੇ ਉਹਦਾ 6ਵਾਂ ਚੈਪਟਰ डिस्कस करांगे जो कि है ट्रायंगल्स। ते आज ਆਪਾਂ ਹੋਰ ਚਰਚਾ ਕਰਾਂਗੇ ਐਕਸਰਸਾਈਜ਼ 6.3 ਬਾਰੇ। ਪਰ ਉੱਥੇ ਤੱਕ ਜਾਣ ਤੋਂ ਪਹਿਲਾਂ ਆਪਾਂ ਸਮਝ ਲੈਂਦੇ ਹਾਂ ਇਹਦੇ ਵਿੱਚ ਕਿਹੜੀ ਪ੍ਰੋਪਰਟੀਜ਼ ਯੂਜ਼ ਹੋਣਗੀਆਂ। ਦੇਖੋ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਰਾਈਟ एंगल्ड ट्रायंगल ਇਹਦੀ ਕੁਝ ਸਪੈਸ਼ਲ ਗੱਲਾਂ ਨੇ। ਮੰਨ ਲਓ ਇਹ ਰਾਈਟ ਐਂਗਲ ਟ੍ਰਾਇੰਗਲ ਹੈਗਾ, ਇਹਨੂੰ ਨਾਮ ਦੇ ਦਿੰਦੇ ਆ A B C ਤੇ ਇੱਥੇ ਤੁਹਾਡਾ 90 ਡਿਗਰੀ ਦਾ ਐਂਗਲ ਬਣ ਰਿਹਾ। 90 ਡਿਗਰੀ ਦੇ ਬਿਲਕੁਲ ਸਾਹਮਣੇ ਆ ਜਿਹੜੀ ਸੈਗਮੈਂਟ ਹੈਗੀ ਹੈ ਜਾਂ ਜਿਹੜੀ ਸਾਈਡ ਹੈਗੀ ਹੈ AC, ਇਹਨੂੰ ਆਪਾਂ ਕਹੀਦਾ ਇੰਗਲਿਸ਼ ਦੇ ਵਿੱਚ ਹਾਈਪੋਟੇਨਿਊਜ਼। ਠੀਕ ਹੈ, ਤੇ ਐਂਗਲ ABC ਕਿੰਨਾ ਹੈਗਾ 90 ਡਿਗਰੀ। ਇਹਦੇ ਸਾਹਮਣੇ ਜਿਹੜੀ ਸਾਈਡ ਹੈਗੀ ਉਹਨੂੰ ਆਪਾਂ ਕਹਿਤਾ ਹਾਈਪੋਟੇਨਿਊਜ਼। ਤੇ ਬਾਕੀ ਜੀ ਜਿਹੜੀ ਦੋ ਸਾਈਡਸ ਹੈ, ਇੱਕ AB ਤੇ ਇੱਕ BC, AB ਐਂਡ BC, ਇਹਨੂੰ ਆਪਾਂ ਕਹਾਂਗੇ ਲੈਗਸ, ਲੱਤਾਂ ਆਫ ਟ੍ਰਾਇੰਗਲ ABC। ਇਹ ਗੱਲ ਸਾਰਿਆਂ ਨੂੰ ਸਮਝ ਆ ਗਈ। ਹਾਈਪੋਟੇਨਿਊਜ਼ ਹੁਣ ਜਿਵੇਂ ਇਹ ਟ੍ਰਾਇੰਗਲ ਬਣਾਦਾ PQR, ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਇਹ ਦੱਸਣਾ ਹੈ ਵੀ ਇਸ ਟ੍ਰਾਇੰਗਲ ਦੇ ਵਿੱਚ ਹਾਈਪੋਟੇਨਿਊਜ਼ ਜਿਹੜੀ ਹੈਗੀ ਹੈ ਉਹ ਕਿਹੜੀ ਹੈਗੀ ਹੈ, ਰਾਈਟ ਐਂਗਲ ਜਿਹੜਾ ਹੈਗਾ ਉਹ ਕਿਹੜਾ ਹੈਗਾ, ਤੇ ਨਾਲ ਦੀ ਨਾਲ ਜਿਹੜੀਆਂ ਲੈਗਸ ਹੈਗੀਆਂ ਨੇ ਇਸ ਟ੍ਰਾਇੰਗਲ ਦੀਆਂ ਉਹ ਕਿਹੜੀਆਂ ਨੇ। ਜੇ ਤੁਹਾਨੂੰ ਇੰਨੀ ਗੱਲ ਸਮਝ ਆ ਗਈ ਤਾਂ ਤੁਹਾਨੂੰ ਇੱਕ ਵਧੀਆ ਜੀ ਥਿਓਰਮ ਦੱਸਦੀ ਹਾਂ ਜੋ ਕਿ ਹੈਗੀ ਹੈ ਪਾਇਥਾਗੋਰਸ ਥਿਓਰਮ। ਪਾਇਥਾਗੋਰਸ ਥਿਓਰਮ ਬਹੁਤ ਜ਼ਰੂਰੀ ਹੈਗੀ ਹੈ, ਇਹੀ ਆਪਾਂ ਯੂਜ਼ ਕਰਨੀ ਹੈ। ਮੰਨ ਲਓ ਇਹ ਸਾਡੇ ਕੋਲ ਟ੍ਰਾਇੰਗਲ ਹੈਗਾ ABC, ਇਹ 90 ਡਿਗਰੀ ਹੈ। ਹੁਣ ਆਪਾਂ ਸਾਈਡਸ ਨੂੰ ਨਾਮ ਦੇ ਦਿੰਦੇ ਆ। ਮੰਨ ਲਓ ਇਹ ਸਾਈਡ ਹੈਗੀ ਹੈ A, ਇਹ ਸਾਈਡ ਹੈਗੀ ਹੈ B, ਇਹ ਸਾਈਡ ਹੈਗੀ ਹੈ C, ਕਿੰਨੇ ਵੀ ਸੈਂਟੀਮੀਟਰ ਦੀ ਹੋ ਸਕਦੀ ਹੈ। ਤੁਸੀਂ ਇਹ ਗੱਲ ਯਾਦ ਰੱਖਣੀ ਹੈ ਵੀ ਇਨ ਟ੍ਰਾਇੰਗਲ ABC, ਪਹਿਲੀ ਗੱਲ ਐਂਗਲ C = 90 ਡਿਗਰੀ ਸਾਨੂੰ ਪਤਾ ਹੈ। Therefore, ਤੁਹਾਨੂੰ ਪਤਾ ਹੈ ਇਹ ਜਿਹੜੀ ਸਾਈਡ ਹੈ AB, ਹਾਈਪੋਟੇਨਿਊਜ਼ ਦਾ ਸਕੁਆਇਰ ਯਾਨੀ ਇਹਦਾ 2 ਗੁਣਾ ਕਿਹਦੇ ਬਰਾਬਰ ਹੋਏਗਾ, ਮੈਂ ਦੱਸਦੀ ਹਾਂ, ਇਹਦਾ ਸਕੁਆਇਰ, BC ਦਾ ਸਕੁਆਇਰ ਪਲੱਸ AC ਦਾ ਸਕੁਆਇਰ। ਯਾਦ ਰੱਖਿਓ ਵੱਡੀ ਵਾਲੀ ਲਾਈਨ ਜਿਹੜੀ ਹੈ ਉਹਦਾ ਜਿਹੜਾ ਸਕੁਆਇਰ ਹੈਗਾ ਯਾਨੀ ਉਹਨੂੰ 2 ਵਾਰ ਮਲਟੀਪਲਾਈ ਕਰਾਂਗੇ, ਉਹ ਕਿਹਦੇ ਬਰਾਬਰ ਹੋਏਗਾ, ਇਹਨੂੰ 2 ਵਾਰ ਮਲਟੀਪਲਾਈ ਕਰਨਾ ਤੇ ਐਡ ਕਰਨਾ ਇਹਨੂੰ 2 ਵਾਰ ਮਲਟੀਪਲਾਈ ਕਰਕੇ। ਹੁਣ ਆਪਾਂ ਇਹਨੂੰ ਇਦਾਂ ਲਿਖ ਸਕਦੇ ਹਾਂ, AB ਦਾ ਨਾਮ ਕੀ ਹੈ C² BC ਦਾ ਨਾਮ ਹੈ A², AC ਦਾ ਨਾਮ ਹੈ B²। ਇਹ ਬਣ ਗਈ ਜੀ ਸਾਡੀ ਇੱਕ ਥਿਓਰਮ। ਮੈਂ ਫੇਰ ਤੋਂ ਗੱਲਾਂ ਦੱਸ ਰਹੀ ਹਾਂ। ਇਹ ਜਿਹੜੀ ਹੈਗੀ ਹੈ ਦੋ ਸਾਈਡਸ, ਇਹਨਾਂ ਨੂੰ ਲੈਗਸ ਕਿਹਾ ਜਾਂਦਾ ਹੈ। 90 ਡਿਗਰੀ ਤੇ ਜਿਹੜਾ ਆਪੋਜ਼ਿਟ ਐਂਗਲ 90 ਡਿਗਰੀ ਤੋਂ ਜਿਹੜਾ ਆਪੋਜ਼ਿਟ ਸਾਈਡ ਆਂਦੀ ਹੈ ਉਹਨੂੰ ਆਪਾਂ ਕਹਿੰਦੇ ਆ ਹਾਈਪੋਟੇਨਿਊਜ਼, ਯਾਨੀ C ਜਿਹੜਾ ਉਹ ਹਾਈਪੋਟੇਨਿਊਜ਼ ਹੈਗੀ ਹੈ। ਤੇ ਹਾਈਪੋਟੇਨਿਊਜ਼ ਜੇ ਤੁਸੀਂ ਦੇਖ ਰਹੇ ਹੋ ਇਹੀ ਲੌਂਗੇਸਟ ਸਾਈਡ, ਸਭ ਤੋਂ ਵੱਡੀ ਜਿਹੜੀ ਸਾਈਡ ਹੈ ਉਹ ਹਾਈਪੋਟੇਨਿਊਜ਼ ਹੀ ਹੁੰਦੀ ਹੈ ਕਿ ਨਹੀਂ। ਹੁਣ ਮੰਨ ਲਓ ਟ੍ਰਾਇੰਗਲ ਤੁਹਾਨੂੰ ਇਦਾਂ ਕਰਕੇ ਦਿੱਤਾ ਗਿਆ, ਇਹ ਹੈਗਾ C A B, ਇਹ 90 ਡਿਗਰੀ, ਇਹ ਸਾਈਡਸ ਦਾ ਨਾਮ ਹੈ। ਇੱਥੇ ਤੁਸੀਂ ਹਾਈਪੋਟੇਨਿਊਜ਼ ਦੀ ਥਿਓਰਮ ਮੈਨੂੰ ਲਾ ਕੇ ਕਮੈਂਟ ਸੈਕਸ਼ਨ ਦੇ ਵਿੱਚ ਦੱਸਣਾ ਵੀ ਕਿਹੜੀ ਸਾਈਡ ਦਾ ਸਕੁਆਇਰ ਕਿਹਨਾਂ ਦੋ ਸਾਈਡਸ ਦੇ ਸਕੁਆਇਰ ਦੇ ਬਰਾਬਰ ਹੋਏਗਾ। ਇਹ ਗੱਲ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸਿਓ। ਇੱਕ ਦੋ ਹੋਰ ਗੱਲਾਂ ਨੇ ਜਿਹੜੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ। ਉਹੀ ਟ੍ਰਾਇੰਗਲ ਬਣਾ ਲੈਂਦੇ ਆ ਵਾਪਸ। ਇਹ 90 ਡਿਗਰੀ A B C, A ਸਾਈਡ C ਸਾਈਡ। ਦੇਖੋ ਸਾਨੂੰ ਪਤਾ ਹੈ C ਦਾ ਸਕੁਆਇਰ A ਦੇ ਸਕੁਆਇਰ ਤੇ B ਦੇ ਸਕੁਆਇਰ ਦੇ ਬਰਾਬਰ ਹੋਏਗਾ। ਕਿਉਂਕਿ ਆਪਾਂ ਯੂਜ਼ ਕੀਤੀ ਹੈ ਪਾਇਥਾਗੋਰਸ ਥਿਓਰਮ। ਇਹ ਲਿਖਣਾ ਜ਼ਰੂਰੀ ਹੈ, ਕਾਰਨ ਕੀ ਹੈ। ਹੁਣ ਜਿਹੜਾ C ਦਾ ਕੱਲੇ ਦਾ ਸਕੁਆਇਰ ਹੈ ਉਹ ਇਹਦੇ ਸਕੁਆਇਰ ਤੋਂ ਤਾਂ ਬਰਾਬਰ ਹੀ ਵੱਡਾ ਹੀ ਹੋਏਗਾ, ਬਰਾਬਰ ਨਹੀਂ ਨਾ ਹੋਏਗਾ। ਤੇ C ਦਾ ਜਿਹੜਾ ਸਕੁਆਇਰ ਹੈ ਉਹ ਇਸ ਸਾਈਡ ਤੋਂ ਵੀ ਵੱਡਾ ਹੀ ਹੋਏਗਾ ਕਿਉਂਕਿ ਇਹ ਸਾਈਡ ਵੈਸੇ ਵੀ ਵੱਡੀ ਹੈਗੀ ਹੈ ਨਾ। ਜਾਂ ਆਪਾਂ ਕਹਿ ਸਕਦੇ ਹਾਂ C ਵੱਡਾ ਹੋਏਗਾ A ਤੋਂ, C ਵੱਡਾ ਹੋਏਗਾ B ਤੋਂ। ਕਹਿਣ ਦਾ ਮਤਲਬ ਜਿਹੜੀ ਹਾਈਪੋਟੇਨਿਊਜ਼ ਹੈਗੀ ਹੈ ਉਹ ਵੱਡੀ ਹੋਏਗੀ ਬਾਕੀ ਦੀ ਦੋ ਸਾਈਡਸ ਤੋਂ। ਤਾਂ ਹਾਈਪੋਟੇਨਿਊਜ਼ ਜਿਹੜੀ ਹੈ ਉਹ ਵੈਸੇ ਵੀ ਸਭ ਤੋਂ ਲੌਂਗੇਸਟ ਸਾਈਡ ਹੁੰਦੀ ਹੈ। ਹੁਣ
मान लो सानू ए ट्रायंगल दिता गया इदा करके ए बी सी, ठीक है। ਇਹਦੇ ਵਿੱਚ ਆਪਾਂ A B C ਇਹਨੂੰ ਲੈ ਲੈਂਦੇ ਆ। A ਸਾਈਡ ਜਿਹੜੀ ਹੈ ਉਹ 3 ਸੈਂਟੀਮੀਟਰ, B ਸਾਈਡ 4 ਤੇ C ਸਾਈਡ 5 ਦਿੱਤੀ ਹੋਈ ਹੈ। ਮੈਂ ਕਹਿ ਸਕਦੀ ਆ C ਦਾ ਸਕੁਆਇਰ ਇਜ਼ ਇਕੁਅਲ ਟੂ A ਦਾ ਸਕੁਆਇਰ ਪਲੱਸ B ਦਾ ਸਕੁਆਇਰ। ਕਿਉਂ? ਪਾਈਥਾਗੋਰਸ ਥਿਓਰਮ। ਜਿਹੜੀ ਸਭ ਤੋਂ ਵੱਡੀ ਸਾਈਡ ਹੈ ਉਹ ਹੈਗੀ ਹੈ 5, ਇਹਦਾ ਸਕੁਆਇਰ ਵੀ ਟ੍ਰਾਇੰਗਲ ਨਾ ਵੀ ਬਣਾਇਆ ਹੋਏ ਤੁਹਾਨੂੰ ਪਤਾ ਲੱਗ ਜਾਏਗਾ 5 ਸਭ ਤੋਂ ਵੱਡਾ ਹੈ। ਇਹਦਾ ਸਕੁਆਇਰ ਇਜ਼ ਇਕੁਅਲ ਟੂ 3 ਦਾ ਸਕੁਆਇਰ ਪਲੱਸ 4 ਦਾ ਸਕੁਆਇਰ। 25 ਦਾ ਸਕੁਆਇਰ ਇਜ਼ ਇਕੁਅਲ ਟੂ 3 ਦਾ ਸਕੁਆਇਰ ਹੋ ਗਿਆ 9, यानी ਸਕੁਆਇਰ ਦਾ ਮਤਲਬ 3 ਨੂੰ 2 ਵਾਰ ਮਲਟੀਪਲਾਈ ਕਰਨਾ। 4 ਦਾ ਸਕੁਆਇਰ ਮਤਲਬ 4 ਨੂੰ 2 ਵਾਰ ਮਲਟੀਪਲਾਈ ਕੀਤਾ 16। ਇਹਨਾਂ ਦੋਨਾਂ ਨੂੰ ਐਡ ਕਰ ਦੋਗੇ, ਇੱਥੇ ਸਕੁਆਇਰ ਨਹੀਂ ਆਏਗਾ, ਮੈਂ ਗਲਤੀ ਨਾਲ ਲਿਖਤਾ, ਇਹ ਆਏਗਾ 25, यानी ਇਹ ਜਿਹੜਾ ਹੈ ਇਹ ਇਹਨਾਂ ਦੋਨਾਂ ਦੇ ਸਕੁਆਇਰ ਦੇ ਬਰਾਬਰ ਹੈਗਾ। ਤੇ ਆਪਾਂ ਕਹਿ ਸਕਦੇ ਆ 3 4 5 ਇਹ ਹੈਗੇ ਨੇ ਜੀ ਪਾਈਥਾਗੋਰਸ ਜਾਂ ਪਾਈਥਾਗੋਰੀਅਨ ट्रिपलेट्स। ट्रिपलेट्स कहने का मतलब जे ना तिन्ना नू आपां पाइथागोरस थ्योरम दे विच पाईए तां आंसर साडे कोल आ जाऊगा, ठीक है। उवें ही जे तुहानू होर ट्रिपलेट्स लभण लई कहा गया जाए तां भी तुसीं लभ सकदे हो। हुण मान लो इत्थे सानू कहा गया, जे तुसीं ध्यान नाल देखो एक्सरसाइज शुरू करन तो पहला एग्जाम्पल भी ए 3 साइड्स हैगियां ने कि इह राइट एंगल ट्रायंगल बनदे या नहीं। ਇਹਦੇ ਵਿੱਚੋਂ ਸਭ ਤੋਂ ਵੱਡੀ ਸਾਈਡ ਹੋਗੀ 10 ਸੈਂਟੀਮੀਟਰ ਤੇ ਆਪਾਂ ਕਹਿ ਸਕਦੇ ਆ 10 ਸੈਂਟੀਮੀਟਰ ਦਾ ਸਕੁਆਇਰ ਕਿਹਦੇ ਬਰਾਬਰ ਹੋਣਾ ਚਾਹੀਦਾ? 6 ਦਾ ਸਕੁਆਇਰ ਪਲੱਸ 8 ਦਾ ਸਕੁਆਇਰ। 10 ਦਾ ਸਕੁਆਇਰ ਜਿਹੜਾ ਹੋ ਗਿਆ 100, ਸਾਈਡ ਤੇ ਲਿਖ ਦੋ। 6 ਦਾ ਸਕੁਆਇਰ 36, 8 ਦਾ ਸਕੁਆਇਰ 64, यानी 8 ਨੂੰ 2 ਵਾਰ ਮਲਟੀਪਲਾਈ ਕੀਤਾ, ਇਹਨਾਂ ਦੋਨਾਂ ਨੂੰ ਐਡ ਕਰ ਦੋ, ਇਹ ਬਣ ਗਿਆ 100, यानी ਇਹ ਰਾਈਟ ਐਂਗਲ ਟ੍ਰਾਇੰਗਲ ਜਿਹੜਾ ਹੈ ਉਹ ਬਣ ਸਕਦਾ। सॉल्व करने के लिए आपा बस ट्रायंगल बनाता ते लिखता भी ए बी साइड जी है 10 सेंटीमीटर हैगी आ ते ए बी साइड जी है उसका स्क्वायर किहदे बराबर आना चाहिए? ए सी का स्क्वायर प्लस बी सी का स्क्वायर। पहला आपा इन्हां दोनों नूं सॉल्व कर लिया, फिर आपा इहनूं सॉल्व कर लिया ते आपा देखिया जी पहली वाला ते दूजे वाला बराबर हैगा, दोनों विच 10 का स्क्वायर आ रहा है यानी 100 आ रहा है ते इह एक ट्रायंगल हैगा राइट एंगल का। उवें ही ਇਹਦੇ ਵਿੱਚ ਇਹ 3 ਸਾਈਡਸ ਦਿੱਤੀਆਂ ਗਈਆਂ ਸੀ, ਇਹ ਸਭ ਤੋਂ ਵੱਡੀ ਹੈ ਤੇ ਇਹਦਾ ਸਕੁਆਇਰ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ? 5 ਦਾ ਸਕੁਆਇਰ ਪਲੱਸ 8 ਦਾ ਸਕੁਆਇਰ। ਇੱਥੇ ਬਰਾਬਰ ਨਹੀਂ ਆ ਰਿਹਾ ਤੇ ਇਸੇ ਕਰਕੇ ਆਪਾਂ ਕਹਿਤਾ ਵੀ ਨਹੀਂ ਬਰਾਬਰ ਨਹੀਂ ਹੈਗੇ, ਠੀਕ ਹੈ। ਇੱਥੇ ਵੈਸੇ 10 ਦਿੱਤਾ ਹੋਇਆ, ਇੱਥੇ 11 ਲਿਆ, ਤੁਸੀਂ ਕੁਐਸਚਨ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ 10 ਹੈਗਾ ਜਾਂ 11 ਹੈਗਾ। 11 ਹੈਗਾ, ਠੀਕ ਹੈ। 11 5 ਤੇ 8 ਹੈਗਾ, ਇੱਥੇ 11 ਆਏਗਾ, ਬੁੱਕ ਦੇ ਵਿੱਚ ਗਲਤ ਦਿੱਤਾ। 11 ਦਾ ਸਕੁਆਇਰ ਕਿਹਦੇ ਬਰਾਬਰ ਹੋਣਾ ਚਾਹੀਦਾ ਹੈ? 8 ਦਾ ਸਕੁਆਇਰ ਪਲੱਸ 5 ਦੇ ਸਕੁਆਇਰ ਦੇ। ਇਹ ਹੋ ਗਿਆ ਜੀ 64 ਪਲੱਸ 25 89, ਇਹ ਬਰਾਬਰ ਨਹੀਂ ਆਏਗਾ, ਇਸੇ ਕਰਕੇ ਟ੍ਰਾਇੰਗਲ ਨਹੀਂ ਹੈਗਾ। ਹੁਣ ਇੱਥੇ ਕਿਹਾ ਗਿਆ ਵੀ ABC ਰਾਈਟ ਐਂਗਲ ਟ੍ਰਾਇੰਗਲ ਹੈ, C ਤੇ ਰਾਈਟ ਐਂਗਲ ਹੈ, यानी C ਤੇ 90 डिग्री बन रहे हैं। AC ਦਿੱਤੀ ਹੋਈ ਹੈ 5 ਸੈਂਟੀਮੀਟਰ, BC 12, ਆਪਾਂ ਇਹਦੀ ਲੈਂਥ ਕੱਢਣੀ ਹੈ ਤੇ ਆਪਾਂ ਲਿਖ ਦਾਂਗੇ ਬਾय ਪਾਈਥਾਗੋਰਸ ਥਿਓਰਮ AB ਦਾ ਸਕੁਆਇਰ ਕਿਹਦੇ ਬਰਾਬਰ ਹੋਏਗਾ? AC ਦਾ ਸਕੁਆਇਰ ਪਲੱਸ BC ਦਾ ਸਕੁਆਇਰ। ਵੈਲਿਊਜ਼ ਪੁੱਟ ਕਰ ਦੋ, 5 ਦਾ ਸਕੁਆਇਰ ਪਲੱਸ 12 ਦਾ ਸਕੁਆਇਰ, ਇਹ ਆ ਗਿਆ ਜੀ 169 ਹੈ ਨਾ। ਹੁਣ ਆਪਾਂ ਇਹ ਦੇਖਣਾ ਹੈ 169 ਕਿਹਦਾ ਸਕੁਆਇਰ ਹੈ? ਉਹ ਹੈਗਾ ਜੀ 13 ਦਾ ਸਕੁਆਇਰ। ਦੇਖੋ ਇਹ ਜਿਹੜਾ ਆਇਆ ਨਾ ਇਹ ਸਾਈਡ ਨਹੀਂ ਹੈ, ਇਹ किस नंबर ਦਾ ਸਕੁਆਇਰ ਹੈਗਾ ਉਹ ਸਾਡੇ ਕੋਲ ਸਾਈਡ ਆਏਗੀ, ਠੀਕ ਹੈ। ਤੇ 13 ਦਾ ਸਕੁਆਇਰ ਹੁੰਦਾ ਹੈ 169, यानी ਇਹ ਜਿਹੜੀ ਸਾਈਡ ਹੈ 13 ਸੈਂਟੀਮੀਟਰ ਆ ਜਾਏਗੀ। ਮੈਂ ਫੇਰ ਤੋਂ ਰਿਪੀਟ ਕਰ ਰਹੀ ਹਾਂ, ਜਦ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ 169 ਜਾਂ ਜੋ ਵੀ ਨੰਬਰ ਆਏਗਾ ਉਹ ਕਿਸ ਨੰਬਰ ਦਾ ਸਕੁਆਇਰ ਹੈਗਾ ਉਹ ਤੋਂ ਤੁਸੀਂ ਨੰਬਰ ਲਿਖਣਾ ਹੈ। ਐਦਾਂ ਇਹ ਜਿਹੜਾ ਹੈਗਾ 169 ਆਨਸਰ ਨਹੀਂ ਹੈ ਸਾਡੇ ਕੋਲ। ਉਵੇਂ ਹੀ ਇੱਥੇ ਵੀ x ਦੀ ਵੈਲਿਊ ਅਸੀਂ ਕੱਢਣੀ ਹੈ। ਸਾਨੂੰ ਪਤਾ ਹੈ ਵੀ AB ਦਾ ਸਕੁਆਇਰ ਕਿਹਦੇ ਬਰਾਬਰ ਹੋਏਗਾ? CA ਜਾਂ AC ਦਾ ਸਕੁਆਇਰ ਪਲੱਸ BC ਦੇ ਸਕੁਆਇਰ ਦੇ। x ਦਾ ਸਕੁਆਇਰ ਇਜ਼ ਇਕੁਅਲ ਟੂ 12 ਦਾ ਸਕੁਆਇਰ ਪਲੱਸ 5 ਦਾ ਸਕੁਆਇਰ। ਇੱਥੇ ਵੀ 169 ਆ ਰਿਹਾ, ਪਰ ਕਿਹੜੇ ਨੰਬਰ ਨੂੰ 2 ਵਾਰ ਮਲਟੀਪਲਾਈ ਕਰੀਏ ਕਿ 169 ਆਏ ਉਹ ਨੰਬਰ ਆਨਸਰ ਹੋਏਗਾ। ਇੱਥੇ ਕਿ ਮੈਂ ਕਹਿ ਸਕਦੀ ਹਾਂ ਸਿੱਧਾ ਦੇਖ ਕੇ 25 ਦਾ ਸਕੁਆਇਰ ਇਜ਼ ਇਕੁਅਲ ਟੂ 24 ਦਾ ਸਕੁਆਇਰ ਪਲੱਸ x ਦਾ ਸਕੁਆਇਰ।
ये लिखना जरूरी है, पाइथागोरस थ्योरम है ना। ते आ देखो वही गल इत्थे लिखी गई है। ए 25 का स्क्वायर आ गया 625, 24 का स्क्वायर आ गया 576, माइनस कर देंगे दोनों नू, ਇਹ ਆ ਗਿਆ ਸਾਡੇ ਕੋਲ ਮਾਈਨਸ ਕਰਕੇ x ਦੀ ਸਕੁਆਇਰ ਦੀ ਵੈਲਿਊ ਆ ਗਈ 49। ਹੁਣ x ਸਕੁਆਇਰ ਹੈਗਾ 49, ਕਿਹੜੇ ਨੰਬਰ ਨੂੰ ਦੋ ਵਾਰ ਮਲਟੀਪਲਾਈ ਕਰਾਂ ਕਿ 49 ਆਏ? 7 ਨੂੰ। ਇਹ ਆ ਗਿਆ ਜੀ x ਦੀ ਵੈਲਿਊ 7। ਹੁਣ ਇਹ ਵਾਲਾ ਜਿਹੜਾ ਹੈ c ਪਾਰਟ ਤੁਸੀਂ ਮੈਨੂੰ ਸੋਲਵ ਕਰਕੇ ਦੱਸਿਓ ਵੀ ਜਿਹੜਾ bd ਹੈਗੀ ਉਹਦੀ ਕੀ ਵੈਲਿਊ ਆ ਰਹੀ ਹੈ। ਜਿਹੜਾ ਸੋਲਵ ਕਰਕੇ ਆਏਗਾ ਉਹ ਨੰਬਰ ਨਹੀਂ ਲਿਖਣਾ, ਉਹ ਕਿਸ ਨੰਬਰ ਦਾ ਸਕੁਆਇਰ ਹੈ ਉਹ ਆਨਸਰ ਆਏਗਾ। ਉਵੇਂ ਹੀ ਇੱਥੇ ਦੱਸਿਆ ਗਿਆ a 10 meter long ladder is placed against a wall। ਆ 10 ਮੀਟਰ ਲੰਬੀ ਜਿਹੜੀ ਲੈਡਰ ਹੈਗੀ ਹੈ ਯਾਨੀ ਸੀੜੀ ਹੈਗੀ ਹੈ, ਪੌੜੀ ਹੈਗੀ ਹੈ, ਉਹ ਦੀਵਾਰ ਦੇ ਇਸ ਤਰੀਕੇ ਨਾਲ ਰੱਖੀ ਗਈ ਹੈ ਕਿ ਜਿਹੜੀ ਫੁੱਟ ਹੈਗਾ ਜਿੱਥੇ ਪੈਰ ਹੈਗੀ ਹੈ ਲੈਡਰ ਦੀ ਉਹ 6 ਮੀਟਰ ਦੂਰ ਹੈਗਾ ਇਸ ਦੀਵਾਰ ਤੋਂ, ਯਾਨੀ ਇਹ ਵਾਲ ਹੋ ਗਈ, ਇਹ ਵਾਲੀ ਸਾਡੇ ਕੋਲ ਲੈਡਰ ਹੋ ਗਈ ਤੇ ਇਹ ਸਾਡੇ ਕੋਲ ਡਿਸਟੈਂਸ ਹੋ ਗਿਆ ਵਾਲ ਤੋਂ। ਤੇ ਕੀ ਮੈਂ ਕਹਿ ਸਕਦੀ ਹਾਂ ਟ੍ਰਾਇੰਗਲ ਬਣ ਗਿਆ ABC। ਆਪਾਂ ਵਾਲ ਦੀ ਹਾਈਟ ਕੱਢਣੀ ਹੈ, AB ਦਾ ਸਕੁਆਇਰ ਇਜ਼ ਇਕੁਅਲ ਟੂ AC ਦਾ ਸਕੁਆਇਰ ਪਲੱਸ BC ਦਾ ਸਕੁਆਇਰ ਹੈ ਨਾ। ਵੈਲਿਊਜ਼ ਪੁੱਟ ਕਰ ਦੋਗੇ, ਇਹਦੇ ਸਕੁਆਇਰ ਵਿੱਚੋਂ ਇਹਨੂੰ ਮਾਈਨਸ ਕਰ ਦੋਗੇ 64 ਆ ਗਿਆ। ਉਹ BC ਦਾ ਸਕੁਆਇਰ ਆਏਗਾ, ਇਸ ਦਾ ਸਕੁਆਇਰ ਜਿਹੜਾ ਉਹ 64 ਹੈ ਤੇ BC ਕਿੰਨੀ ਆ ਜਾਏਗੀ 8। ਉਵੇਂ ਹੀ perimeter of a rectangle whose length find करना है, perimeter यानी sides ਨੂੰ add करके की आंदा है। length ਦਿੱਤੀ ਹੋਈ ਹੈ 40 सेंटीमीटर, length of its diagonal, ਹੁਣ diagonal ਕੀ ਹੁੰਦਾ ਹੈ ਦੇਖੋ, ਮੰਨ ਲਓ ਤੁਹਾਡੇ ਕੋਲ ਇਹ ਇੱਕ ਫਿਗਰ ਹੈਗੀ ਹੈ, opposite ends ਨੂੰ ਜਿਹੜੀ ਲਾਈਨ ਜੋੜਦੀ ਹੈ ਉਹਨੂੰ diagonal ਕਹੀਦਾ। ਇਹਦੇ ਵਿੱਚ ਇਹਦੇ ਤੋਂ ਇਹ ਇੱਕ diagonal, ਇੱਥੋਂ ਇੱਥੇ ਇੱਕ diagonal, ਠੀਕ ਹੈ। ਤੇ ਇੱਥੇ ਡਾਇਗਨਲ ਦੀ ਲੈਂਥ ਦਿੱਤੀ ਗਈ ਹੈ 41 ਸੈਂਟੀਮੀਟਰ, ਇਹ 40 ਸੈਂਟੀਮੀਟਰ ਹੈ, ਇਹ ਤੁਸੀਂ ਦੇਖ ਰਹੇ ਹੋ ਰਾਈਟ ਐਂਗਲ ਟ੍ਰਾਇੰਗਲ ਬਣ ਗਿਆ ਹੈ ਨਾ। ਤੇ ਆਪਾਂ ਕਹਿ ਸਕਦੇ ਹਾਂ AC ਦਾ ਸਕੁਆਇਰ ਇਜ਼ ਇਕੁਅਲ ਟੂ AB ਦਾ ਸਕੁਆਇਰ ਪਲੱਸ BC ਦਾ ਸਕੁਆਇਰ ਹੈ ਨਾ। ਇਹਦੇ ਵਿੱਚੋਂ ਮਾਈਨਸ ਕਰ ਦਾਂਗੇ ਇਹਦਾ ਸਕੁਆਇਰ, ਮਾਈਨਸ ਕਰਕੇ ਆ ਰਿਹਾ 81। ਹੁਣ 81 ਕਿਹਦਾ ਸਕੁਆਇਰ ਹੈ 9 ਦਾ। ਉਸ ਤੋਂ ਬਾਅਦ ਇਹ ਤਾਂ ਇਹ ਸਾਈਡ ਆ ਗਈ 9 ਸੈਂਟੀਮੀਟਰ, ਸਾਨੂੰ ਕਿਹਾ ਪੈਰੀਮੀਟਰ ਕੱਢੋ। ਪੈਰੀਮੀਟਰ ਦਾ ਫਾਰਮੂਲਾ ਹੈ 2 ਟਾਈਮਸ ਜਿਹੜੀ ਲੈਂਥ ਹੈ ਪਲੱਸ ਬ੍ਰੈਡਥ, 2 ਟਾਈਮਸ ਲੈਂਥ ਪਲੱਸ ਬ੍ਰੈਡਥ। ਲੈਂਥ ਲਿਖ ਲਓ, ਬ੍ਰੈਡਥ ਲਿਖ ਲਓ, ਦੋ ਨਾਲ ਮਲਟੀਪਲਾਈ ਕਰ ਦੋ, ਉਹਨੂੰ ਐਡ ਕਰਕੇ ਆਨਸਰ ਆ ਜਾਏਗਾ। ਅੱਗੇ ਚੱਲਦੇ ਹਾਂ ਐਕਸਰਸਾਈਜ਼ 6.3 ਵੱਲ। ਪਹਿਲਾ ਕੁਐਸਚਨ, ਫਾਈਂਡ ਦ ਲੈਂਥ ਆਫ ਅਨਨੋਨ ਸਾਈਡ ਇਨ ਈਚ ਆਫ ਦ ਫੋਲੋਇੰਗ ਫਿਗਰਸ। ਇਹ ਜਿਹੜੀ ਸਾਈਡ ਹੈ ਜਿਹਦੀ ਸਾਨੂੰ ਲੈਂਥ ਨਹੀਂ ਪਤਾ ਉਹ ਅਸੀਂ ਲੱਭਣੀ ਹੈ। ਪਹਿਲਾ ਇਹ ट्रायंगल है, ये 3, ये 4, ये राइट एंगल है, ठीक है। इनू आपां नाम दे देंगे साइड A, इनू नाम दे दो साइड B, इनू नाम दे दो साइड C, ठीक है। तो आपां लिखते हैं लेट द अननोन साइड बी C। A इज इक्वल टू 3, B इज इक्वल टू 4, इत्थे लिखांगे बाय पाइथागोरस थ्योरम C ਦਾ ਸਕੁਆਇਰ ਇਜ਼ ਇਕੁਅਲ ਟੂ A ਦਾ ਸਕੁਆਇਰ ਪਲੱਸ B ਦਾ ਸਕੁਆਇਰ। ਕੋਈ ਫਰਕ ਨਹੀਂ ਪੈਂਦਾ ਜੇ ਤੁਸੀਂ ਲਿਖ ਦੋ C ਦਾ ਸਕੁਆਇਰ ਇਜ਼ ਇਕੁਅਲ ਟੂ B ਦਾ ਸਕੁਆਇਰ ਪਲੱਸ A ਦਾ ਸਕੁਆਇਰ, ਉਹ ਇੱਕੋ ਗੱਲ ਹੈ। C ਦਾ ਸਕੁਆਇਰ ਇਜ਼ ਇਕੁਅਲ ਟੂ A ਕਿੰਨਾ ਹੈ 3 ਦਾ ਸਕੁਆਇਰ ਪਲੱਸ 4 ਦਾ ਸਕੁਆਇਰ 9, ਇਹ ਹੋ ਗਿਆ 16, ਐਡ ਕੀਤਾ 25। ਇਹ ਦੇਖੋ C ਦਾ ਸਕੁਆਇਰ ਆਇਆ 25, ਆਪਾਂ C ਕੱਢਣਾ ਯਾਨੀ ਕਿਹੜੇ ਨੰਬਰ ਨੂੰ ਆਪਾਂ ਦੋ ਵਾਰ ਮਲਟੀਪਲਾਈ ਕਰਾਂਗੇ ਕਿ 25 ਆਏਗਾ 5 ਮਲਟੀਪਲਾਈਡ ਬਾय 5, ਇਸੇ ਕਰਕੇ ਜਿਹੜਾ C ਹੈਗਾ ਉਹ ਆ ਗਿਆ ਸਾਡੇ ਕੋਲ 5। ਉਵੇਂ ਹੀ ਅਗਲਾ B ਪਾਰਟ ਚੱਲਦੇ ਹਾਂ। ਇਦਾਂ ਕਰਕੇ 20 15 90 ਡਿਗਰੀ ਇਹਨੂੰ ਲੈ ਲਓ A, ਇਹਨੂੰ ਲੈ ਲਓ B, ਇਹਨੂੰ ਲੈ ਲਓ C। ਤੇ ਆਪਾਂ ਲਿਖ ਸਕਦੇ ਹਾਂ let the unknown side BC, A is equal to 15, B is equal to 20 by Pythagoras theorem। C ਦਾ square is equal to A square plus B square। C ਦਾ square ਕੱਢਣਾ ਹੈ,
a ਦਾ ਸਕੁਆਇਰ 15 ਦਾ ਸਕੁਆਇਰ प्लस 20 ਦਾ ਸਕੁਆਇਰ, a ਹੋ ਗਿਆ 225 प्लस 400 625, c ਦਾ ਸਕੁਆਇਰ ਆ ਗਿਆ 625। ਹੁਣ c ਦੇ ਸਿਰ ਤੋਂ ਜੇ ਸਕੁਆਇਰ ਹਟਾਣਾ ਹੈ, ਇੱਥੇ ਅੰਡਰ ਰੂਟ ਆ ਜਾਂਦਾ ਹੈ। ਕਿਹੜੇ ਨੰਬਰ ਨੂੰ ਦੋ ਵਾਰ ਮਲਟੀਪਲਾਈ ਕਰਾਂਗੇ ਕਿ 625 ਆਏਗਾ? ਉਹ ਹੈਗਾ ਜੀ 25। देयरफॉर c ਕੀ ਆ ਗਿਆ ਸਾਡੇ ਕੋਲ 25। ਅੱਗੇ ਚੱਲਦੇ ਹਾਂ ਸੈਕਿੰਡ ਕੁਐਸਚਨ। Which of the following can be sides of a triangle? ਇਹਨਾਂ ਵਿੱਚੋਂ ਕਿਹੜੇ ਜਿਹੜੇ ਹੈਗੇ ਨੇ ਉਹ ਟ੍ਰਾਇੰਗਲ ਦੀ ਸਾਈਡਸ ਬਣ ਸਕਦੀਆਂ ਨੇ? ਉਹਨੂੰ ਸੋਲਵ ਕਰਨ ਦੇ ਲਈ ਆਪਾਂ ਇੱਕ ਟ੍ਰਾਇੰਗਲ ਬਣਾਉਂਦੇ ਏਦਾਂ ਕਰਕੇ A B C। ਪਹਿਲਾ ਹੈਗਾ ਜੀ ਸਾਡੇ ਕੋਲ 4 ਸੈਂਟੀਮੀਟਰ 5 ਸੈਂਟੀਮੀਟਰ ਤੇ 7 ਸੈਂਟੀਮੀਟਰ। ਸਾਨੂੰ ਪਤਾ ਹੈ ਲੰਬੀ ਸਾਈਡ 7, A ਲੈ ਲਓ 4, ਆ ਲੈ ਲਓ 5 ਸੈਂਟੀਮੀਟਰ। ਇਸ ਟ੍ਰਾਇੰਗਲ ਦੇ ਵਿੱਚ ਆਪਾਂ ਲਿਖ ਸਕਦੇ ਹਾਂ AB ਦਾ ਸਕੁਆਇਰ ਇਜ਼ ਇਕੁਅਲ ਟੂ AC ਦਾ ਸਕੁਆਇਰ ਪਲਸ BC ਦਾ ਸਕੁਆਇਰ, ਯਾਨੀ ਹਾਈਪੋਟੇਨਿਊਜ਼ ਦਾ ਸਕੁਆਇਰ ਕਿਹਦੇ ਬਰਾਬਰ ਹੋਏਗਾ? ਦੋ ਲੈਗਸ ਦੇ ਸਕੁਆਇਰ ਦੇ ਬਰਾਬਰ ਹੋਏਗਾ। ਇੱਥੇ ਲਿਖਣਾ ਜ਼ਰੂਰੀ ਹੈ ਬਾय ਪਾਇਥਾਗੋਰਸ ਥਿਓਰਮ। ਉਹੀ ਕਾਰਨ ਹੈ। ਹੁਣ ਪਹਿਲਾਂ ਇਹਨੂੰ ਸੋਲਵ ਕਰ ਲਓ। ਇਹਦਾ ਸਕੁਆਇਰ ਕਿੰਨਾ ਆਏਗਾ? AB ਦਾ ਸਕੁਆਇਰ ਆਏਗਾ 7 ਦਾ ਸਕੁਆਇਰ ਯਾਨੀ 49। ਹੁਣ ਇਹਨੂੰ ਸੋਲਵ ਕਰ ਲਓ। AC ਦਾ ਸਕੁਆਇਰ ਪਲਸ BC ਦਾ ਸਕੁਆਇਰ ਯਾਨੀ 4 ਦਾ ਸਕੁਆਇਰ ਪਲਸ 5 ਦਾ ਸਕੁਆਇਰ, ਇਹ ਆ ਗਿਆ 16 ਪਲਸ 25। ਇਹਨਾਂ ਨੂੰ ਐਡ ਜਦ ਕਰਾਂਗੇ ਇਹ ਆ ਗਿਆ 41। ਇਹ 49 ਹੈ, ਇਹ 41 ਹੈ। ਆਪਸ ਦੇ ਵਿੱਚ ਵੈਸੇ ਹੀ ਬਰਾਬਰ ਨਹੀਂ, ਆਪਾਂ ਲਿਖਾਂਗੇ AB ਦਾ ਸਕੁਆਇਰ ਇਜ਼ ਨਾਟ ਇਕੁਅਲ ਟੂ BC ਦਾ ਸਕੁਆਇਰ ਪਲਸ AC ਦਾ ਸਕੁਆਇਰ। Therefore, the sides can't form a right angled triangle। ठीक है। ਉਵੇਂ ਹੀ ਅਗਲੇ ਪਾਰਟ ਦੇ ਵਿੱਚ ਸੈਕਿੰਡ ਦੇ ਵਿੱਚ ਦਿੱਤੀਆਂ ਗਈਆਂ ਨੇ ਜਿਹੜੀਆਂ ਸਾਈਡਸ ਉਹ ਹੈਗੀਆਂ ਨੇ 1.5 ਸੈਂਟੀਮੀਟਰ 2 ਸੈਂਟੀਮੀਟਰ ਤੇ 2.5 ਸੈਂਟੀਮੀਟਰ। ਇਹਦੇ ਵਿੱਚੋਂ ਸਭ ਤੋਂ ਲੰਬੀ ਜਿਹੜੀ ਸਾਈਡ ਹੈਗੀ ਹੈ 2.5 ਸੈਂਟੀਮੀਟਰ, ਤੇ ਆਪਾਂ ਇੱਥੇ ਲਿਖ ਸਕਦੇ ਹਾਂ ਲੌਂਗੇਸਟ ਸਾਈਡ AC is equal to 2.5 ਸੈਂਟੀਮੀਟਰ। A 1.5 ਲੈ ਲਓ, ਆ ਲੈ ਲਓ 2 ਸੈਂਟੀਮੀਟਰ। ਇੱਥੇ ਲਿਖਾਂਗੇ AC ਦਾ ਸਕੁਆਇਰ ਇਜ਼ ਇਕੁਅਲ ਟੂ AB ਦਾ ਸਕੁਆਇਰ ਪਲਸ BC ਦਾ ਸਕੁਆਇਰ, ਹੈ ਨਾ। ਰੀਜ਼ਨ ਕੀ ਹੈ? ਬਾय ਪਾਇਥਾਗੋਰਸ ਥਿਓਰਮ। ਪਹਿਲਾਂ ਇਹਨੂੰ ਸੋਲਵ ਕਰ ਸਕਦੇ ਹਾਂ। AC ਦਾ ਸਕੁਆਇਰ ਇਜ਼ ਇਕੁਅਲ ਟੂ 2.5 ਦਾ ਸਕੁਆਇਰ। ਜਦ 2.5 ਨੂੰ 2.5 ਦੇ ਨਾਲ ਮਲਟੀਪਲਾਈ ਕਰੋਗੇ ਤੇ ਮੰਨ ਲਓ ਆਨਸਰ ਆ ਗਿਆ 625। ਤੇ ਡੈਸੀਮਲ ਕਿਵੇਂ ਲੱਗੇਗਾ? ਪਿਛਲੇ ਚੈਪਟਰ ਦੇ ਵਿੱਚ ਪੜਿਆ ਸੀ 1 2 1 2, ਇੱਥੋਂ ਛੱਡੋ, ਇਹ ਆ ਗਿਆ 6.25। ਠੀਕ ਹੈ। ਉਵੇਂ ਹੀ ਦੂਜਾ AB ਦਾ ਸਕੁਆਇਰ ਪਲਸ BC ਦਾ ਸਕੁਆਇਰ, ਇਹ ਆ ਗਿਆ 2 ਦਾ ਸਕੁਆਇਰ ਪਲਸ 1.5 ਦਾ ਸਕੁਆਇਰ। 2 ਦਾ ਸਕੁਆਇਰ ਹੋ ਗਿਆ 4 ਪਲਸ 2.25। ਹੁਣ ਇਹਨਾਂ ਦੋਨਾਂ ਨੂੰ ਐਡ ਪਤਾ ਕਿਵੇਂ ਕਰਨਾ ਹੈ? 2.25 4.00। ਠੀਕ ਹੈ। ਡੈਸੀਮਲ ਦੇ ਥੱਲੇ ਡੈਸੀਮਲ ਆਂਦਾ ਹੈ। ਜੇ ਨੰਬਰ ਕੱਲਾ ਉਹਦੇ ਬਾਅਦ ਤੁਸੀਂ ਪੁਆਇੰਟ ਲਾ ਕੇ 00 ਐਡ ਕਰ ਸਕਦੇ ਹੋ। ਇਹਨਾਂ ਨੂੰ ਐਡ ਕਰੋਗੇ ਇਹ ਆ ਗਿਆ 6.25 ਤੇ ਇਹ ਆਪਸ ਦੇ ਵਿੱਚ ਬਰਾਬਰ ਹੋ ਗਏ। ਠੀਕ ਹੈ। ਇਹਨੂੰ ਇਕੁਏਸ਼ਨ 1 ਨਾਮ ਦੇ ਦਿਓ, ਇਹਨੂੰ 2 ਨਾਮ ਦੇ ਦਿਓ ਤੇ ਆਪਾਂ ਲਿਖ ਸਕਦੇ ਹਾਂ ਫਰੋਮ ਇਕੁਏਸ਼ਨ 1 ਐਂਡ 2 AB ਦਾ ਜਿਹੜਾ ਸਕੁਆਇਰ ਹੈ ਕਿਹਦੇ ਬਰਾਬਰ ਹੈ? BC ਦਾ ਸਕੁਆਇਰ ਪਲਸ AC ਦਾ ਸਕੁਆਇਰ। Therefore, the given triangle ਜਿਹੜਾ ਦਿੱਤਾ ਗਿਆ ਹੈ is a right angled triangle। ਠੀਕ ਹੈ। ਅੱਗੇ ਚੱਲਦੇ ਹਾਂ। ਥਰਡ ਦੇ ਵਿੱਚ ਸਾਨੂੰ ਜਿਹੜੀਆਂ ਸਾਈਡਸ ਦਿੱਤੀਆਂ ਗਈਆਂ ਨੇ ਪਹਿਲਾਂ ਉਹ ਲਿਖ ਲੈਂਦੇ ਆ 2 ਸੈਂਟੀਮੀਟਰ 2 ਸੈਂਟੀਮੀਟਰ 5 ਸੈਂਟੀਮੀਟਰ। ਉਵੇਂ ਹੀ ਟ੍ਰਾਇੰਗਲ ਬਣਾ ਲੈਂਦੇ ਆ ABC। ਇਹਨੂੰ ਲੈ ਲਓ C is equal to 5 centimeter, A is equal to 2 centimeter, B is equal to 2 centimeter।
ਤੇ ਇੱਥੇ ਆਪਾਂ ਲਿਖਾਂਗੇ AC ਦਾ ਸਕੁਆਇਰ ਇਜ਼ ਇਕੁਅਲ ਟੂ AB ਦਾ ਸਕੁਆਇਰ ਪਲੱਸ BC ਦਾ ਸਕੁਆਇਰ। ਕਾਰਨ ਕੀ ਹੈ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਕਾਰਨ ਦੱਸੋਗੇ ਇਹਦਾ। ਫਿਰ ਆਪਾਂ ਸੋਲਵ ਕਰਾਂਗੇ AC ਦਾ ਸਕੁਆਇਰ ਯਾਨੀ 5 ਦਾ ਸਕੁਆਇਰ 25। ਫਿਰ ਇਹਨੂੰ ਸੋਲਵ ਕਰਦੇ ਆ AB ਦਾ ਸਕੁਆਇਰ ਪਲੱਸ BC ਦਾ ਸਕੁਆਇਰ ਇਜ਼ ਇਕੁਅਲ ਟੂ 2 ਦਾ ਸਕੁਆਇਰ ਪਲੱਸ 2 ਦਾ ਸਕੁਆਇਰ ਇਜ਼ ਇਕੁਅਲ ਟੂ 2 ਦਾ ਸਕੁਆਇਰ ਹੋ ਗਿਆ 4 ਪਲੱਸ 4 ਇਹ ਆ ਗਿਆ 16। ਕੀ ਇਹ ਬਰਾਬਰ ਹੈਗੇ ਨੇ? ਕੀ ਟ੍ਰਾਇੰਗਲ ਬਣ ਸਕਦਾ ਹੈ ਇਹਨਾਂ ਨਾਲ ਰਾਈਟ ਐਂਗਲ ਟ੍ਰਾਇੰਗਲ? ਇਹ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਮੈਨੂੰ ਦੱਸਣਾ ਹੈ ਵੀ ਬਣ ਸਕਦਾ ਹੈ ਜਾਂ ਨਹੀਂ ਬਣ ਸਕਦਾ। ਅੱਗੇ ਚੱਲਦੇ ਹਾਂ। ਇਹਦੇ ਵਿੱਚ ਥਰਡ ਕੁਐਸਚਨ ਜਿਹੜਾ ਹੈਗਾ ਉਹ ਦਿੱਤਾ ਗਿਆ ਫਾਈਂਡ ਦੀ ਏਰੀਆ ਐਂਡ ਪੈਰੀਮੀਟਰ ਆਫ ਅ ਰੈਕਟੈਂਗਲ। ਦੇਖੋ ਏਰੀਆ ਦਾ ਫਾਰਮੂਲਾ ਹੁੰਦਾ ਹੈ ਲੈਂਥ ਇਨਟੂ ਬ੍ਰੈਥ, ਪੈਰੀਮੀਟਰ ਦਾ ਹੁੰਦਾ ਹੈ 2 ਟਾਈਮਸ ਲੈਂਥ ਪਲੱਸ ਬ੍ਰੈਥ। ਲੈਂਥ ਦਿੱਤੀ ਹੋਈ ਹੈ ਤੇ ਡਾਇਗਨਲ ਦਿੱਤਾ ਹੋਇਆ 17 ਸੈਂਟੀਮੀਟਰ। ਇਹਨੂੰ ਸੋਲਵ ਕਰਦੇ ਹਾਂ। ਆ ਲੈ ਲਓ ਰੈਕਟੈਂਗਲ, ਇਹ ਹੋਗੀ ਡਾਇਗਨਲ, ਇਹ ਦਿੱਤੀ ਗਈ ਹੈ 17 ਸੈਂਟੀਮੀਟਰ A B C D। ਇੱਕ ਜਿਹੜੀ ਲੈਂਥ ਦਿੱਤੀ ਗਈ ਹੈ ਉਹ ਹੈ 15, ਲੈਂਥ ਹੈਗੀ ਹੈ 15 ਸੈਂਟੀਮੀਟਰ। ਇਹ ਕੱਢਣਾ ਸੀ ਹੈ ਨਾ, ਤੇ ਆਪਾਂ ਲਿਖ ਦਿੰਦੇ ਇਹ 90 ਡਿਗਰੀ ਹੁੰਦਾ ਹੈ। ਚਾਰੋਂ ਕੋਨੇ ਜਿਹੜੇ ਰੈਕਟੈਂਗਲ ਦੇ ਹੁੰਦੇ ਉਹ 90 ਡਿਗਰੀ ਦੇ ਹੁੰਦੇ ਆ। ਤੇ ਆਪਾਂ ਲਿਖਦੇ ਆ ਇਨ ਟ੍ਰਾਇੰਗਲ ABC। ਇਹ ਲਿਖਣਾ ਜ਼ਰੂਰੀ ਹੈ ਕਿਹੜੇ ਟ੍ਰਾਇੰਗਲ ਦੀ ਗੱਲ ਕਰ ਰਹੇ ਹੋ, ਇਸ ਵਾਲੇ ਦੀ ਗੱਲ ਕਰ ਰਹੇ ਹੋ। एंगल B is equal to 90 डिग्री। कारण की है each angle of a rectangle वो 90 डिग्री होता है। ते आपां लिखांगे बाय पाइथागोरस थ्योरम। पाइथागोरस थ्योरम के हिसाब नाल AC दा स्क्वायर इज इक्वल टू AB दा स्क्वायर प्लस BC दा स्क्वायर। ठीक है, AC की हैगा 17 ਦਾ ਸਕੁਆਇਰ ਇਜ਼ ਇਕੁਅਲ ਟੂ 15 ਦਾ ਸਕੁਆਇਰ ਪਲੱਸ BC ਦਾ ਸਕੁਆਇਰ। 17 ਨੂੰ ਦੋ ਵਾਰ ਮਲਟੀਪਲਾਈ ਕੀਤਾ 289, 15 ਨੂੰ ਕੀਤਾ 225 ਪਲੱਸ BC ਦਾ ਸਕੁਆਇਰ। ਇੱਥੇ ਜਾ ਕੇ ਮਾਈਨਸ ਹੋ ਜਾਊਗਾ, ਇਹ ਆ ਗਿਆ BC ਦਾ ਸਕੁਆਇਰ ਆ ਗਿਆ 64। ਹੁਣ ਸਕੁਆਇਰ ਹਟਾਣਾ ਹੈ, BC ਇਜ਼ ਇਕੁਅਲ ਟੂ ਅੰਡਰ ਰੂਟ 64 यानी केड़े नंबर नु दो बार मल्टीप्लाई करिए कि 64 आ जाएगा। BC आ गया 8 सेंटीमीटर, यानी ए वाली जेडी साइड हैगी आ गई 8 सेंटीमीटर। ए भी 8 है, आ भी 8 है, ये 15 है। हुण सानू की कड्डण लई कहा गया सी एरिया ऑफ rectangle ABCD is equal to length AB multiplied by BC। AB हैगी है 15 multiplied by 8 सेंटीमीटर स्क्वायर आएगा एरिया दे विच। ए यूनिट लिखना जरूरी हैगा 120 सेंटीमीटर स्क्वायर। जे ए नहीं लिखोगे क्योंकि दो बार सेंटीमीटर नु मल्टीप्लाई किया ना, ए भी सेंटीमीटर सी आ भी सेंटीमीटर, ते मैं बाहर लिखता सेंटीमीटर स्क्वायर। उवें ही पेरीमीटर of rectangle ABCD is equal to 2 times AB plus BC is equal to 2 times 15 centimeter plus 8 centimeter is equal to 2 times 23 centimeter। ए इको बार है, ए मल्टीप्लाई करांगे 2 मल्टीप्लाई 23 आ गया 46 centimeter। चौथा सवाल, A 15 meter long ladder reached a window 12 meter high। यानी एक 15 मीटर दी लंबी जेडी सीढ़ी या पौड़ी हैगी है वो एक विंडो खिड़की तक पहुंची और खिड़की कितनी ऊंचाई ते हैगी है 12 मीटर। देखो इत्थे सेंटीमीटर दे विच लिखिया गया, इहनूं ध्यान रखियो क्वेश्चन दे विच मीटर दे विच है, इत्थे सेंटीमीटर दे विच लिखिया गया। फ्रॉम द ग्राउंड ते असीं डिस्टेंस कढना है भी ਇਹ ਜਿਹੜੀ ਲੈਡਰ ਹੈਗੀ ਹੈ ਇਹ ਕਿੰਨੇ ਡਿਸਟੈਂਸ ਤੇ ਹੈਗੀ ਹੈ ਆਪਣਾ ਵॉल ਤੋਂ। ਇਹਨੂੰ ਆਪਾਂ ਹੁਣ ਸੋਲਵ ਕਰਕੇ ਦੇਖਦੇ ਹਾਂ। फोर्थ क्वेश्चन ਇਹ ਹੈਗਾ ਇਦਾਂ ਕਰਕੇ ਇੱਕ ਰਾਈਟ ਐਂਗਲ ਟ੍ਰਾਇੰਗਲ ਬਣ ਰਿਹਾ ਹੈ। ਇਹਨੂੰ ਆਪਾਂ 15 ਮੀਟਰ ਲੈਂਦੇ ਆ, ਇਹ A ਸਾਈਡ ਤੇ ਇਹ ਹੋ ਗਿਆ 12 ਮੀਟਰ। ਠੀਕ ਹੈ, ਤੇ ਆਪਾਂ ਲਿਖਦੇ ਆ ਇਹਨੂੰ ਟ੍ਰਾਇੰਗਲ ਨੂੰ ਨਾਮ ਦਿੰਦੇ ਹੋਏ ABC। ਇਹ 90 ਡਿਗਰੀ ਹੈ। ਲੈਟ AB be the ladder, यानी जेडी पौड़ी हैगी है वो AB हो गई, BC be the distance of the
फुट ऑफ द लैडर यानी पौड़ी कितनी दूर हैगी है फ्रॉम द वॉल। ठीक है, ते AC इज इक्वल टू 12 मीटर यानी जिहड़ी खिड़की है वो कितनी उच्ची है 15 मीटर सॉरी 12 मीटर उच्ची है। ते आपां लिखांगे बाय पाइथागोरस थ्योरम AB दा स्क्वायर इज इक्वल टू BC दा स्क्वायर प्लस AC दा स्क्वायर। AB कितनी है 15, BC हैगी है कटनी, AC 12 दा स्क्वायर, 15 दा स्क्वायर हो गया 225 प्लस इज इक्वल टू BC दा स्क्वायर प्लस 12 दा स्क्वायर 144। ये उधर चला जाएगा 225 माइनस 144 इज इक्वल टू BC दा स्क्वायर। BC दा स्क्वायर आ गया 81 पर आपां BC काटना है। ठीक है, यानी अंडर रूट ऑफ 81 केड़े नंबर नू 2 बार मल्टीप्लाई करिए कि 81 आ जाएगा, वो हो गया साडे कोल 9। यानी आपां लिखांगे डिस्टेंस फ्रॉम द फुट ऑफ द लैडर टू द वॉल इज इक्वल टू 9 मीटर। ठीक है, अगे चलते हैं पंजवां क्वेश्चन। द साइड ऑफ अ रोहम्बस इज 5 सेंटीमीटर। रोहम्बस एक तरीके दा स्क्वायर ही हुंदा है पर ओदियां जेड़ियां चारों साइड्स हुंदियां ने ना वो बराबर हुंदियां ने। जिवें ए 5 सेंटीमीटर है तो आ भी 5 सेंटीमीटर होगी, आ भी 5 सेंटीमीटर होगी, आ भी 5 सेंटीमीटर। The length of one of its diagonals is 8 सेंटीमीटर। इत्थों लेके इत्थे तक 8 सेंटीमीटर है। Find the length of the other diagonal। इनू आपां इत्थे सॉल्व करते हैं। देखो एक रोहम्बस बना लो पहला इदां करके, इनू नाम दे दिंदे आ ABCD। हुण दो गल्लां दसनियां ने, जे ए साइड 5 सेंटीमीटर है, ए भी 5 सेंटीमीटर है, ए भी 5 सेंटीमीटर ते ए भी 5 सेंटीमीटर। आह डायगनल हैगे ने जेड़े एक ए ते एक ए। रोहम्बस दे विच जेड़े डायगनल हुंदे ने वो बाइसैक्ट करते हैं एक दूजे नू, यानी इत्थे जेड़ा एंगल बन रहा है परपेंडिकुलर लाइन है 90 डिग्री, ए भी 90, आ भी 90 ते ए भी 90। इस हिसाब नाल एक ट्रायंगल बनता है, ए भी एक ट्रायंगल बनता है, ए तीजा ते ए चौथा, बनते हैं 4 ट्रायंगल्स। हुण आपां प्रॉपर्टी देखते हैं भी सानू दिता होया ये पूरी दी पूरी जिहड़ी डायगनल हैगी है ये दिती है 8, तो ये तो अद्धा इत्थे लेके इत्थे तक वो 4 हो जाएगा। 4 सेंटीमीटर क्यों बाइसेक्ट कर देना, दो बराबर हिस्सियां विच वंड देने। हुण आपां लिखदे हां लेट ABCD be a rhombus, साइड AB जिहड़ी हैगी है ए वाली AB is equal to 5 सेंटीमीटर। जे गल करिए डायगनल AC दी, ये पूरा दा पूरा क्वेश्चन दे विच दिता होया है 8 सेंटीमीटर। लेट AC एंड BD यानी ए वाली डायगनल उत्तों थले ते ए वाली आपस नू बाइसेक्ट करती है ईच अदर एट ओ, यानी एक दूजे नू कटदी है ओ ते। ठीक है, ते आपां कह सकते हैं भी AO इक्वल टू OC ते वो कितना होएगा 8/2 यानी 4 सेंटीमीटर, क्योंकि बाइसेक्ट कर रही है ना, जे पूरी 8 है तो अद्धी कितनी हो जाएगी 4। हुण इत्थे कारण की है द डायगनल्स ऑफ अ rhombus bisect each other at right angles। bisect करन दा मतलब दो बराबर हिस्सियां दे विच एक दूजे नू वंडदे ने। ते AC rhombus AC diagonal एक आहा ABCD ये 5 सेंटीमीटर है। यह साडे कोल आ गया ए वाला एक डायगनल दी लेंथ आ गई 4 सेंटीमीटर, क्योंकि अद्धा है इनू नाम ओ दिता सी ते आपां लिखदे हैं इन ट्रायंगल AOB, क्योंकि ये 90 डिग्री है, AB दा स्क्वायर इज इक्वल टू OB दा स्क्वायर प्लस OA दा स्क्वायर। AB 5 दा स्क्वायर, OB दा स्क्वायर आपां कढना है OA
4 ਦਾ ਸਕੁਆਇਰ 25 इक्वल टू OB ਦਾ ਸਕੁਆਇਰ प्लस 16 ये उधर चला जाऊगा 25 माइनस 16 इज इक्वल टू OB ਦਾ ਸਕੁਆਇਰ माइनस करके आ जाऊगा 9 OB इज इक्वल टू अंडर रूट ऑफ 9 यानी 3 सेंटीमीटर ए वाली साइड 3 सेंटीमीटर आ रही है। सानू कहा गया सी कढ़ना की है लेंथ ऑफ द अदर डायगनल, एक हिस्सा डायगनल दा 3 हैगा तो आपां लिखांगे OB इज इक्वल टू 3 सेंटीमीटर, पर जे आपां गल करिए पूरी डायगनल दी, डायगनल BD इज इक्वल टू एदा ट्वाइस हो जाएगा 2 टाइम्स OB, 2 मल्टीप्लाइड बाय 3 इज इक्वल टू 6 सेंटीमीटर ते दूजी डायगनल कितनी आ गई साडे कोल 6 सेंटीमीटर। आगे चलते हैं 6th क्वेश्चन। अ राइट ट्रायंगल इज आइसोसेलेस। जे ये राइट ट्रायंगल है, आइसोसेलेस का मतलब है एदी ए जेडी दो साइड्स हैं ये बराबर लेंथ दियां हैगियां ने। इफ द स्क्वायर ऑफ हाइपोटेन्यूज इज 50 मीटर, यानी इस साइड दा ए साइड ले लो, एदा जेड़ा स्क्वायर हैगा वो 50 हैगा। व्हाट इज लेंथ ऑफ ईच ऑफ इट्स साइड्स। हुण देखो ए जे सानू एक राइट एंगल ट्रायंगल दिता गया, ठीक है, ते आपां लिखदे हां ट्रायंगल ABC इज अ राइट आइसोसेलेस ट्रायंगल जिहदे विच AC दा स्क्वायर जिहड़ी हाइपोटेन्यूज है ओदा स्क्वायर कितना दिता होया 50 मीटर, ते ए वाली साइड ते ए वाली साइड बराबर है क्योंकि बाकी दो साइड्स कहा गया है बराबर क्यों ने, क्योंकि वो एक आइसोसेलेस ट्रायंगल है। AB इज इक्वल टू BC, ठीक है। फिर आप लिखते हैं बाय पाइथागोरस थ्योरम के हिसाब नाल AC दा स्क्वायर इज इक्वल टू AB दा स्क्वायर प्लस BC दा स्क्वायर। AC दा स्क्वायर आ दिता होया 50 इज इक्वल टू AB दा स्क्वायर प्लस BC दा स्क्वायर, यही है। हुण कि मैं कह सकती हूँ क्योंकि AB ते BC आपस दे विच बराबर ने तो इत्थे भी AB लिखदा 50 इज इक्वल टू AB दा स्क्वायर प्लस AB दा स्क्वायर, तुसी दोनों थां BC भी लिख सकते हो। ये हो गया जी 50 इज इक्वल टू 2 बार एक AB ते एक AB ऐड किया 2 टाइम्स AB दा स्क्वायर, ये इत्थे जाके डिवाइड हो जाएगा, ठीक है। ये आ गया 25 इज इक्वल टू AB दा स्क्वायर। हुण आपां AB कढना हो गया अंडर रूट ऑफ 25 यानी 5 सेंटीमीटर, एक साइड आ गई 5 सेंटीमीटर। देख लेंगे सेंटीमीटर है या मीटर है, मीटर दे विच हैगी है ते 5 मीटर दे विच आएगी, यूनिट चेक करना जरूरी है। ते दूजी साइड जे AB जेड़ी हैगी है वो हैगी है 5 मीटर ते AB 5 मीटर हो जाएगी, असी दोनों लेंथ्स काट ली है। 7th क्वेश्चन, ट्रायंगल ABC इज अ ट्रायंगल राइट एंगल्ड एट C, यानी ये ट्रायंगल है ABC, AC दिता होया BC दिता होया AB काटना है। चलो इनू सॉल्व करते हैं। इदा करके ट्रायंगल है ABC राइट एंगल्ड एट C, ए 6 सेंटीमीटर ए दिता होया 8 सेंटीमीटर। आपां लिखांगे इन राइट एंगल्ड ट्रायंगल ABC, एंगल C 90 डिग्री, AC इज इक्वल टू 8 सेंटीमीटर, BC इज इक्वल टू 6 सेंटीमीटर बाय पाइथागोरस थ्योरम AB दा स्क्वायर इज इक्वल टू AC दा स्क्वायर प्लस BC दा स्क्वायर। AB दा स्क्वायर किहदे बराबर होएगा 6 दा स्क्वायर प्लस 8 दा स्क्वायर, 36 प्लस 64 ए आ गया 100। किहड़े नंबर नू 2 बार मल्टीप्लाई करिए कि 100 आ जाए, वो हो गया साडे कोल 10 सेंटीमीटर। अगला 8th क्वेश्चन, स्टेट वेदर द फॉलोइंग ट्रिपलेट्स आर पाइथागोरियन और नॉट, यानी ए प्रॉपर्टी फुलफिल करते हैं ए स्क्वायर प्लस बी स्क्वायर इज इक्वल टू सी स्क्वायर। चलो चेक करते हैं। पहला पार्ट है 5 7 ते 12, इनू साइड्स दे देने ए 5 है बी 7 है सी साइड 12 हैगी है, ते सबती वड्डी साइड बाकी दोनों साइड से बराबर होनी चाहिए है।
इदां आना चाहिए। इनू सॉल्व करते हैं पहला। c का स्क्वायर 12 का स्क्वायर वो हो गया 144, a का स्क्वायर प्लस b का स्क्वायर यानी 5 का स्क्वायर प्लस 7 का स्क्वायर 25 प्लस 49 इज इक्वल टू 74। ये दोनों आपस दे विच बराबर नहीं है कि नहीं, ठीक है। इनू इदां लिख सकते हैं c का स्क्वायर इज नॉट इक्वल टू a का स्क्वायर प्लस b का स्क्वायर। Therefore 5, 7 ਤੇ 12 is not a Pythagorean triplet। अगे सेकंड पार्ट दे विच है 3, 4, 5 उवे नाम दे देने हैं। A 3 है, B 4 है, C 5 है। A स्क्वायर प्लस B का स्क्वायर किहदे बराबर होना चाहिए? C दे स्क्वायर दे बराबर। कारण की है? पाइथागोरस थ्योरम। C स्क्वायर इज इक्वल टू 5 स्क्वायर इज इक्वल टू 25। A स्क्वायर प्लस B स्क्वायर किहदे बराबर है? 3 का स्क्वायर प्लस 4 का स्क्वायर 9 प्लस 16 ये आ गया 25। यानी पहला ते दूजा आपस दे विच सेम है। C स्क्वायर इज इक्वल टू A स्क्वायर प्लस B स्क्वायर ते आपां लिख सकते हैं 3, 4, 5 ये हैगे ने पाइथागोरियन ट्रिपलेट्स। अगे चलते हैं तीजा पार्ट 8, 9, 10। A 8 है, B 9 है, C 10 है। सेम वही गल A स्क्वायर प्लस B स्क्वायर इज इक्वल टू C स्क्वायर। कारण तुसी इत्थे देना है C स्क्वायर की है 10 का स्क्वायर 100, A स्क्वायर प्लस B स्क्वायर यानी 8 का स्क्वायर प्लस 9 का स्क्वायर 64 प्लस 81 ये आ गया साडे कोल 145। आपस दे विच बराबर नहीं है। Therefore 8, 9 ते 10 is not a Pythagorean triplet। अगे फोर्थ पार्ट दे विच जिहड़ा हैगा वो दिता गया है 5, 12 ते 13। A 5 ले लो, B 12 ले लो, C 13 ले लो। C का स्क्वायर इज इक्वल टू A प्लस B का स्क्वायर या A का स्क्वायर प्लस B का स्क्वायर। C का स्क्वायर आ गया 13 का स्क्वायर 169। A स्क्वायर प्लस B स्क्वायर आना चाहिए 5 का स्क्वायर प्लस 12 का स्क्वायर 25 प्लस 144 169 आपस दे विच बराबर ने। हुण तुहानू तुसी लिखोगे आपस दे विच बराबर ने। A स्क्वायर प्लस B स्क्वायर इज इक्वल टू C का स्क्वायर। देयरफॉर 5, 12, 13 is a Pythagorean triplet। आगे चलते हैं 9th क्वेश्चन मल्टीपल चॉइस है। ABC एक ट्रायंगल दिता हुआ है। देखो इदा करके देखो सानू पता एंगल A प्लस एंगल B प्लस एंगल C कितना हुंदा है 180 डिग्री। इत्थे A दिता हुआ 40, B दिता हुआ 55 डिग्री। एंगल C काटना है असी, ठीक है। जे इन्हां नू तुसी ऐड करोगे A आ गया साडे कोल 95 डिग्री। एंगल C इज इक्वल टू 180 विचों 95 जे तुसी माइनस कर दोगे 85 डिग्री आंसर आ जाएगा। अगला इफ एंगल्स ऑफ अ ट्रायंगल आर इन्ने इन्ने इन्ने, मतलब ए दिते हुए ने एंगल्स, तो ये केड़ा ट्रायंगल है? देखो जे दो एंगल बराबर ने, ठीक है, ਇਹਦਾ मतलब ਉਹਦੇ सामने वाली दो साइड्स भी बराबर ने। इसे करके ये ट्रायंगल इदा करके हैगे ने। ये दो एंगल बराबर ने यानी सामने वाली साइड्स बराबर ने। ये हो गया आइसोसेलेस, क्योंकि एक भी 90 डिग्री नहीं है ते तीनों दे तीनों बराबर भी नहीं ने। स्केलियन ट्रायंगल हुंदा है जिहदी तीनों साइड्स अलग अलग लेंथ दी होए। अगला अ ट्रायंगल कैन हैव, एक ट्रायंगल दे विच दो एक्यूट एंगल हो सकते ने। एक्यूट यानी 90 तो छोटे। जे एक 90 हो गया ते बाकी दोनों तो 90 तो छोटे होंगे तां ही 180 आऊगा। दो 90 भी नहीं हो सकते, फिर तीजा एंगल की होगा, है ना। दो 90 तो वड्डे भी नहीं हो सकते। अ ट्रायंगल हुज मेजर इन्नी दिती हुई है यानी एक एंगल 90 डिग्री है, ओनू आपां कह सकते हैं राइट एंगल ट्रायंगल। फोर्थ नहीं फिफ्थ, अ ट्रायंगल इज नॉट पॉसिबल हुज एंगल्स मेजर, देखो इन्हां विचों जिहदा भी 180 आऊगा वो तो ट्रायंगल बन जूगा, जिहदा 180 नहीं आएगा वो ट्रायंगल नहीं बनेगा। ए वाला
A triangle is not possible with sides of length. ਇਹ ਜਿਹੜੀ ਹੈਗੀ ਆਪਾਂ ਚੈੱਕ ਕਰਕੇ ਦੱਸਣਾ ਇਹਦੇ ਵਿੱਚ ਵੀ ਜਿਹੜੀ ਸਾਈਡਸ ਦੀ ਲੈਂਥ ਹੈਗੀ ਹੈ। ਇੱਥੇ ਕੁਐਸਚਨ ਦੇ ਵਿੱਚ ਦਿੱਕਤ ਹੈ, ਇੱਥੇ ਆਏਗਾ triangle is possible। ਕਿੱਥੇ possible ਹੋਏਗਾ? ਜਿੱਥੇ c ਦਾ ਸਕੁਆਇਰ is equal to a square plus b square ਆਏਗਾ, ਉਹ ਇਹਦੇ ਵਿੱਚ possible ਹੈ, ਬਾਕੀ ਕਿਸੇ ਵਿੱਚ possible ਨਹੀਂ ਹੈ। ਅਗਲਾ 7th, in a right angle triangle the lengths of two legs are, ਇਹ ਟ੍ਰਾਇੰਗਲ ਹੈ, ਇਹ 6 ਹੈ, ਇਹ 8 ਹੈ। ਤੁਸੀਂ ਜੇ ਫਾਰਮੂਲਾ ਲਗਾਓਗੇ ਹਾਈਪੋਟੇਨਿਊਜ਼ ਦਾ ਤਾਂ ਤੁਹਾਡੇ ਕੋਲ ਹਾਈਪੋਟੇਨਿਊਜ਼ ਯਾਨੀ ਸਭ ਤੋਂ ਲੌਂਗੇਸਟ ਸਾਈਡ ਆ ਜਾਏਗੀ, ਉਹ ਆਏਗੀ 10 ਸੈਂਟੀਮੀਟਰ। ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਆਈ ਜਾਂ ਨਹੀਂ। ਤੇ ਅਸੀਂ ਕੀ ਅੱਜ ਦੀ ਕਲਾਸ ਮੈਂ ਉਮੀਦ ਕਰਦੀ ਹਾਂ ਇਸ ਬਾਰੇ ਤੁਹਾਨੂੰ ਨੌਲੇਜ ਹੋ ਗਈ ਹੋਏਗੀ। ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਜ਼ਰੂਰ ਦੱਸਿਓ। ਆਪਾਂ ਅਗਲੀ ਕਲਾਸ ਦੇ ਵਿੱਚ ਮਿਲਾਂਗੇ। ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਿਓ। ਟਿਲ ਦੈਨ ਟੇਕ ਕੇਅਰ, ਬਾਏ ਬਾਏ।